1990 ਦੇ ਦਹਾਕੇ ਦੌਰਾਨ ਕੈਨੇਡਾ ਦੇ ਗੈਂਗਸਟਰ ਸੰਸਾਰ ਵਿੱਚ ਇੱਕ ਨਾਮ ਉਭਰਿਆ ਜੋ ਆਪਣੇ ਬੇਹੱਦ ਹਿੰਸਕ ਸੁਭਾਅ, ਬੇਅੰਦਾਜ਼ ਜੀਵਨ ਸ਼ੈਲੀ ਅਤੇ ਬੇਰਹਿਮ ਫੈਸਲਿਆਂ ਕਰਕੇ ਵਿਖਿਆਤ ਹੋਇਆ। ਇਹ ਨਾਮ ਸੀ ਬਿੰਦੀ ਜੋਹਲ, ਜਿਸ ਨੂੰ ਮੀਡੀਆ ਨੇ ਵੈਨਕੂਵਰ ਦਾ ਸਕਾਰਫੇਸ ਦਾ ਦਰਜਾ ਦੇ ਦਿੱਤਾ। ਬਿੰਦੀ ਜੋਹਲ ਦੀ ਕਹਾਣੀ ਇੱਕ ਅਪਰਾਧੀ ਦੀ ਸਧਾਰਨ ਕਹਾਣੀ ਤੋਂ ਕਿਤੇ ਵੱਧ ਹੈ। ਇਹ ਇੱਕ ਨੌਜਵਾਨ ਦੀ ਕਹਾਣੀ ਹੈ ਜੋ ਸਿਆਸਤ, ਹਿੰਸਾ, ਵਫਾਦਾਰੀ ਅਤੇ ਧੋਖੇ ਦੀ ਖੇਡ ਵਿੱਚ ਵੱਧਦਾ ਗਿਆ। ਜੋਹਲ ਦਾ ਜਨਮ 1975 ਵਿੱਚ ਪੰਜਾਬ, ਭਾਰਤ ਵਿੱਚ ਹੋਇਆ। ਜਦੋਂ ਉਹ 4 ਸਾਲਾਂ ਦਾ ਸੀ, ਉਸ ਦੇ ਮਾਤਾ-ਪਿਤਾ ਵਧੀਆ ਭਵਿੱਖ ਦੀ ਖੋਜ ਵਿੱਚ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਚਲੇ ਗਏ। ਵੈਨਕੂਵਰ ਉਸ ਸਮੇਂ ਇੱਕ ਐਸਾ ਸ਼ਹਿਰ ਸੀ ਜਿੱਥੇ ਭਾਰਤੀ ਆਗੰਤਰਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਸਨ। ਉਹ ਅੰਗਰੇਜ਼ੀ ਭਾਸ਼ਾ, ਨੌਕਰੀਆਂ ਅਤੇ ਵੈਸਟਰਨ ਸੱਭਿਆਚਾਰ ਨਾਲ ਅਨੁਕੂਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਬਚਪਨ ਤੋਂ ਹੀ ਬਿੰਦੀ ਆਮ ਬੱਚਿਆਂ ਵਾਂਗ ਨਹੀਂ ਸੀ। ਉਹ ਬਹੁਤ ਆਤਮ ਵਿਸ਼ਵਾਸੀ ਅਤੇ ਹਿੰਸਕ ਸੀ। ਉਹ ਅਕਸਰ ਆਪਣੇ ਅਧਿਆਪਕਾਂ, ਕਲਾਸਮੇਟ ਅਤੇ ਇੱਥੋਂ ਤੱਕ ਕਿ ਪਰਿਵਾਰਕ ਮੈਂਬਰਾਂ ਨਾਲ ਵੀ ਝਗੜਾ ਕਰ ਲੈਂਦਾ। ਉਸ ਨੂੰ ਆਸਾਨੀ ਨਾਲ ਗੁੱਸਾ ਆ ਜਾਂਦਾ ਅਤੇ ਜਦ ਉਹ ਗੁੱਸੇ ਵਿੱਚ ਆਉਂਦਾ ਤਾਂ ਹਾਲਾਤ ਵਿਤੰਸਕ ਹੋ ਜਾਂਦੇ। ਉਸ ਦੀ ਅਵਗੁਣੀ ਮਾਨਸਿਕਤਾ ਕਰਕੇ ਉਹ ਨੌਜਵਾਨ ਉਮਰ ਵਿੱਚ ਹੀ ਗੈਂਗਸਟਰ ਬਣਨ ਵੱਲ ਵਧ ਗਿਆ। ਵੱਧ ਰਹੀ ਵੈਨਕੂਵਰ ਗੈਂਗ ਸੰਸਕ੍ਰਿਤੀ, ਨਸ਼ੀਲੇ ਪਦਾਰਥਾਂ ਦਾ ਵਪਾਰ ਅਤੇ ਅਪਹਰਣ, ਧਮਕੀਆਂ ਅਤੇ ਹੱਤਿਆਵਾਂ ਦੇ ਸੰਸਾਰ ਨੇ ਬਿੰਦੀ ਨੂੰ ਆਪਣੀ ਗੋਦ ਵਿੱਚ ਸਮੇਟ ਲਿਆ। ਜਦੋਂ ਬਿੰਦੀ ਜੋਹਲ 18 ਸਾਲ ਦਾ ਹੋਇਆ ਤਾਂ ਉਸਨੇ ਆਪਣੀ ਪਹਿਲੀ ਵੱਡੀ ਹਿੰਸਕ ਘਟਨਾ ਨੂੰ ਅੰਜਾਮ ਦਿੱਤਾ। ਉਸਨੇ ਆਪਣੇ ਹੀ ਸਕੂਲ ਦੇ ਵਾਈਸ ਪ੍ਰਿੰਸੀਪਲ ਉੱਤੇ ਹਮਲਾ ਕੀਤਾ। ਇਹ ਹਮਲਾ ਇੰਨਾ ਗੰਭੀਰ ਸੀ ਕਿ ਪੀੜਤ ਨੂੰ ਹਸਪਤਾਲ ਵਿੱਚ ਦਾਖਲ ਕਰਨਾ ਪਿਆ। ਅਦਾਲਤ ਵਿੱਚ ਬਿੰਦੀ ਨੇ ਦਲੀਲ ਦਿੱਤੀ ਕਿ ਉਹ ਨਸਲੀ ਪੱਖਪਾਤ ਦਾ ਸ਼ਿਕਾਰ ਹੋਇਆ ਹੈ, ਪਰ ਜੱਜ ਨੇ ਇਸ ਬਹਾਨੇ ਨੂੰ ਰੱਦ ਕਰ ਦਿੱਤਾ। ਇਸ ਹਮਲੇ ਲਈ ਉਸ ਨੂੰ 60 ਦਿਨਾਂ ਦੀ ਜੇਲ੍ਹ ਹੋਈ। ਜੇਲ੍ਹ ਵਿੱਚ ਉਹ ਇੱਕ ਆਮ ਕੈਦੀ ਨਹੀਂ ਸੀ, ਉਹ ਦੂਜੇ ਨੌਜਵਾਨ ਅਪਰਾਧੀਆਂ ਵਿੱਚ ਆਪਣਾ ਰੁਆਬ ਬਣਾਉਂਦਾ ਗਿਆ। ਜੇਲ੍ਹ ਨੇ ਉਸ ਨੂੰ ਕੋਈ ਵੀ ਨਵਾਂ ਸਬਕ ਨਹੀਂ ਸਿਖਾਇਆ, ਉਲਟਾ ਉਸ ਦੀ ਹਿੰਸਾ ਦੀ ਭੁੱਖ ਹੋਰ ਵੱਧ ਗਈ। ਜੇਲ੍ਹ ਤੋਂ ਬਾਹਰ ਆਉਂਦੇ ਹੀ ਬਿੰਦੀ ਨੇ ਇੱਕ ਹਿਸਪੈਨਿਕ ਗੈਂਗ, ਲਾਸ ਡਿਆਬਲੋਸ ਵਿੱਚ ਸ਼ਾਮਲ ਹੋ ਗਿਆ। ਇਸ ਗੈਂਗ ਵਿੱਚ ਇੰਡੋ ਕੈਨੇਡੀਅਨ ਮੈਂਬਰਾਂ ਦੀ ਗਿਣਤੀ ਵੱਧਦੀ ਗਈ ਅਤੇ ਆਖਿਰਕਾਰੀ ਇਸ ਗੈਂਗ ਦਾ ਨਾਮ ਪੰਜਾਬੀ ਮਾਫੀਆ ਰੱਖ ਦਿੱਤਾ ਗਿਆ। ਬਿੰਦੀ ਜੋਹਲ ਦਾ ਰੁਤਬਾ ਤੇਜ਼ੀ ਨਾਲ ਵਧਿਆ। ਉਹ ਇੱਕ ਹਿਟਮੈਨ ਬਣ ਗਿਆ ਜੋ ਰੱਖੜੀ, ਗੋਲੀਆਂ ਅਤੇ ਤਸ਼ੱਦਦ ਨਾਲ ਆਪਣੇ ਦੁਸ਼ਮਣਾਂ ਨੂੰ ਚੁੱਪ ਕਰਾਉਂਦਾ। 1991 ਤੱਕ ਉਹ ਵੈਨਕੂਵਰ ਦੇ ਸਭ ਤੋਂ ਹਿੰਸਕ ਗੈਂਗਸਟਰਾਂ ਵਿੱਚੋਂ ਇੱਕ ਬਣ ਗਿਆ। ਉਸ ਦਾ ਸਭ ਤੋਂ ਵੱਡਾ ਗੁਨਾਹ ਲੁੱਟ, ਡਰੱਗ ਟ੍ਰੈਫਿਕਿੰਗ ਅਤੇ ਠੱਗੀ ਸੀ। ਉਸ ਦੀ ਅਪਰਾਧੀ ਸੰਸਥਾ ਸਾਲਾਨਾ ਲਗਭਗ $4 ਮਿਲੀਅਨ ਕਮਾ ਰਹੀ ਸੀ। ਬਿੰਦੀ ਜੋਹਲ ਦੀ ਤਾਕਤ ਵੱਧਦੀ ਗਈ, ਪਰ ਉਹ ਹਰ ਵੇਲੇ ਸ਼ੱਕੀ ਅਤੇ ਹਿੰਸਕ ਰਹਿੰਦਾ। ਉਸਨੇ ਪੁਲਿਸ ਤੇ ਆਪਣੀਆਂ ਗੈਂਗਾਂ ਵਿੱਚ ਵੀ ਭਰੋਸਾ ਨਹੀਂ ਕੀਤਾ। ਉਸਦੇ ਆਪਣੇ ਕਈ ਗੈਂਗ ਮੈਂਬਰ ਵੀ ਉਸ ਦੀ ਹਿੰਸਕ ਪ੍ਰਕਿਰਤੀ ਤੋਂ ਡਰਦੇ ਸਨ। ਉਸਨੇ ਬਹੁਤ ਸਾਰੇ ਆਪਣੇ ਦੋਸਤਾਂ ਅਤੇ ਵਿਰੋਧੀਆਂ ਦੀ ਹੱਤਿਆ ਕਰਵਾਈ। ਉਸ ਦਾ ਨਾਮ ਡਰ ਅਤੇ ਹਿੰਸਾ ਦਾ ਪਰਿਆਏ ਬਣ ਗਿਆ। ਬਿੰਦੀ ਜੋਹਲ 1990 ਦੇ ਦਹਾਕੇ ਵਿੱਚ ਵੈਨਕੂਵਰ ਅਤੇ ਬ੍ਰਿਟਿਸ਼ ਕੋਲੰਬੀਆ ਦੇ ਗੈਂਗਵਾਰ ਸੰਸਾਰ ਵਿੱਚ ਇੱਕ ਡਰਾਉਣਾ ਨਾਮ ਬਣ ਚੁੱਕਾ ਸੀ। ਉਹ ਆਪਣੇ ਸ਼ੱਕੀ ਸੁਭਾਅ, ਹਿੰਸਕ ਵਿਹਾਰ ਅਤੇ ਬੇਰਹਿਮ ਤਰੀਕੇ ਨਾਲ ਕੀਤੀਆਂ ਹੱਤਿਆਵਾਂ ਕਰਕੇ ਜਾਣਿਆ ਜਾਂਦਾ ਸੀ। ਰੀਵਲ ਰਾਣਾ ਇੱਕ ਸੰਭਾਵੀ ਗੈਂਗ ਰਾਈਵਲ ਸੀ ਜੋ ਨਸ਼ਾ ਵਪਾਰ ਵਿੱਚ ਬਿੰਦੀ ਜੋਹਲ ਦੀ ਗੈਂਗ ਲਈ ਮੁਕਾਬਲਾ ਬਣਿਆ ਹੋਇਆ ਸੀ। 1994 ਵਿੱਚ ਰੀਵਲ ਰਾਣਾ ਨੂੰ ਰਾਤ ਦੇ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਈ ਸ਼ਹਾਦਤਾਂ ਮੁਤਾਬਕ ਇਹ ਹੱਤਿਆ ਬਿੰਦੀ ਜੋਹਲ ਦੀ ਪਹੁੰਚ ਤੇ ਹੋਈ। ਰੀਵਲ ਦੇ ਮਰਨ ਨਾਲ ਬਿੰਦੀ ਦੀ ਪੰਜਾਬੀ ਮਾਫੀਆ ਵੱਧਦੀ ਚਲੀ ਗਈ। ਜਿੰਮੀ ਦੋਸਾਂਝ ਇੱਕ ਸਮਾਂ ਬਿੰਦੀ ਦਾ ਸਹਿਯੋਗੀ ਸੀ, ਪਰ ਉਹ ਬਾਅਦ ਵਿੱਚ ਬਿੰਦੀ ਦੀ ਮੌਤ ਦੀ ਯੋਜਨਾ ਬਣਾਉਣ ਲੱਗ ਪਿਆ। ਬਿੰਦੀ ਨੇ ਜਿੰਮੀ ਨੂੰ ਬਾਹਰ ਬੁਲਾਇਆ ਅਤੇ ਇੱਕ ਬੇਹੱਦ ਚੁਸਤ ਯੋਜਨਾ ਤੇ ਉਸ ਨੂੰ ਉਸ ਦੀ ਗੱਡੀ ਵਿੱਚ ਹੀ ਗੋਲੀ ਮਾਰ ਦਿੱਤੀ। ਇਹ ਹੱਤਿਆ ਇੱਕ ਤਰੀਕੇ ਨਾਲ ਬਿੰਦੀ ਦੀ ਪੂਰੀ ਤਾਕਤ ਦਾ ਐਲਾਨ ਸੀ। ਰੋਨ ਦੋਸਾਂਝ, ਜਿੰਮੀ ਦੋਸਾਂਝ ਦਾ ਭਰਾ, ਜਿਨ੍ਹਾਂ ਦੀ ਬਿੰਦੀ ਨੇ ਪਹਿਲਾਂ ਹੀ ਹੱਤਿਆ ਕਰਵਾ ਦਿੱਤੀ ਸੀ, ਉਹ ਵੀ ਬਦਲਾ ਲੈਣ ਦੀ ਫਿਰਾਕ ਵਿੱਚ ਸੀ। ਪੰਜਾਬੀ ਮਾਫੀਆ ਵਿੱਚ ਤਕਰਾਰ ਵੱਧ ਗਈ ਅਤੇ 2 ਗੁੱਟ ਬਣ ਗਏ। ਰੋਨ ਦੋਸਾਂਝ ਨੂੰ ਇੱਕ ਰੈਸਟੋਰੈਂਟ ਦੇ ਬਾਹਰ ਗੋਲੀ ਮਾਰ ਦਿੱਤੀ ਗਈ। ਕਈ ਲੋਕ ਮੰਨਦੇ ਹਨ ਕਿ ਇਹ ਹੱਤਿਆ ਸਿੱਧੇ ਤੌਰ ਤੇ ਬਿੰਦੀ ਜੋਹਲ ਦੇ ਆਦੇਸ਼ ਤੇ ਹੋਈ। ਗੋਲਡੀ ਗਿੱਲ, ਇੱਕ ਸਾਬਕਾ ਦੋਸਤ ਅਤੇ ਸਹਿਯੋਗੀ ਜੋ ਬਿੰਦੀ ਖਿਲਾਫ ਹੋ ਗਿਆ ਸੀ, ਉਸ ਦੀ ਹੱਤਿਆ ਕਰ ਦਿੱਤੀ ਗਈ। ਗਿੱਲ ਨੂੰ ਬਿੰਦੀ ਦੀ ਮੌਜੂਦਗੀ ਵਿੱਚ ਹੀ ਗੋਲੀ ਮਾਰੀ ਗਈ। ਇਹ ਹੱਤਿਆ ਇੱਕ ਸੰਕੇਤ ਸੀ ਕਿ ਬਿੰਦੀ ਆਪਣੇ ਦੋਸਤਾਂ ਉੱਤੇ ਵੀ ਭਰੋਸਾ ਨਹੀਂ ਕਰਦਾ। 20 ਦਸੰਬਰ 1998 ਪੈਲੇਡੀਅਮ ਨਾਈਟ ਕਲੱਬ। ਇਹ ਉਹ ਰਾਤ ਸੀ ਜਦ ਬਿੰਦੀ ਜੋਹਲ ਦੀ ਹੱਤਿਆ ਕਰ ਦਿੱਤੀ ਗਈ। ਉਸਦੇ ਹੱਤਿਆਰੇ ਨੇ ਉਹਨਾਂ ਦੀ ਗੱਡੀ ਦੇ ਬਾਹਰ ਉਤਰੀ ਹੀ ਗੋਲੀ ਮਾਰ ਦਿੱਤੀ। ਗੋਲੀ ਸਿੱਧਾ ਉਸਦੇ ਸਿਰ ਵਿੱਚ ਲੱਗੀ ਅਤੇ ਉਸਨੇ ਥਾਂ ਤੇ ਹੀ ਦਮ ਤੋੜ ਦਿੱਤਾ। ਉਸ ਦੀ ਮੌਤ ਨਾਲ ਵੈਨਕੂਵਰ ਦੇ ਗੈਂਗ ਸੰਸਾਰ ਵਿੱਚ ਇੱਕ ਯੁੱਗ ਦਾ ਅੰਤ ਹੋ ਗਿਆ।
ਬਿੰਦੀ ਜੋਹਲ ਦੀ ਕਹਾਣੀ ਇੱਕ ਚੇਤਾਵਨੀ ਹੈ। ਕਿਸੇ ਵੀ ਇਨਸਾਨ ਦੀ ਲਾਲਚ, ਹਿੰਸਾ ਅਤੇ ਸ਼ਕਸ਼ੀਲਤਾ ਉਸ ਦੀ ਮੌਤ ਦਾ ਕਾਰਨ ਬਣ ਸਕਦੀ ਹੈ। ਜਦਕਿ ਕੁਝ ਲੋਕ ਉਸ ਨੂੰ ਇੱਕ ਲੋਕ ਨਾਇਕ ਵਜੋਂ ਵੇਖਦੇ, ਹਕੀਕਤ ਇਹ ਹੈ ਕਿ ਉਸ ਦੀ ਵਿਰਾਸਤ ਇੱਕ ਭਿਆਨਕ ਹਿੰਸਕ ਯਾਦਗਾਰੀ ਛੱਡ ਗਈ। ਬਿੰਦੀ ਜੋਹਲ ਦਾ ਨਾਮ ਅਜੇ ਵੀ ਕੈਨੇਡਾ ਦੀ ਇਤਿਹਾਸਕ ਗੈਂਗਵਾਰ ਵਿੱਚ ਇੱਕ ਦਸਤਾਵੇਜ਼ ਬਣਿਆ ਹੋਇਆ ਹੈ।